पुलिस ने कई गैंगस्टਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਲਗਾਤਾਰ ਉਹਨਾਂ ਤੋਂ ਪੁੱਛਗਿੱਛ ਜਾਰੀ ਹੈ। ਦੱਸਿਆ ਜਾ ਰਿਹਾ ਕਿ ਇੱਕ ਸੰਤੋਸ਼ ਨਾਂ ਦਾ ਜਿਹੜਾ ਗੈਂਗਸਟਰ ਫੜਿਆ ਸੀ, ਉਸ ਕੋਲੋਂ ਕੁਝ ਹਥਿਆਰ ਬਰਾਮਦ ਹੋਏ। ਸੀਸੀਟੀਵੀ ਦੀ ਸਕਰੀਨ ਲਾਈ ਵੀ ਹੈ ਵੀ ਹੁਣ ਲਾਰੈਂਸ ਬਿਸ਼ਨੋਈ ਨੂੰ ਆਹ ਕੀਤਾ ਜਾ ਰਿਹਾ, ਹੁਣ ਉਹਨੂੰ ਆਹ ਕੀਤਾ ਜਾ ਰਿਹਾ, ਹੁਣ ਉਹਨੂੰ ਆਹ ਕੀਤਾ ਜਾ ਰਿਹਾ ਹੈ। ਜਿੱਦਣ ਇਹ ਸੰਤੋਸ਼ ਯਾਦਵ ਫੜਿਆ ਗਿਆ, ਸੰਤੋਸ਼ ਯਾਦਵ ਦੇ ਮਾਮਲੇ ਦੇ ਵਿੱਚ ਬੜਾ ਧਮੱਚੜ ਪਿਆ ਹੈ। ਲਓ ਜੀ ਫਿਰ ਇੱਕ ਸ਼ਾਰਪ ਸ਼ੂਟਰ ਫੜ ਲਿਆ। ਅਜੇ ਤੱਕ ਮੈਂ ਸਮਝਦਾ ਕਿ ਇਹਨਾਂ ਦੇ ਕੋਲ ਇੱਕ ਵੀ ਹਥਿਆਰ ਬਰਾਮਦ ਨਹੀਂ ਹੋਇਆ। ਪੰਜਾਬ ਯੂਨੀਵਰਸਿਟੀ ਦੇ ਮੁੱਦੇ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਮੁੱਖ ਮੰਤਰੀ ਕੋਠੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਹੜਾ ਕੁਛ 10 ਸਾਲ ਬਠਿੰਡਾ ਤੇ ਲੰਬੀ ਚ ਵਾਪਰਦਾ ਰਿਹਾ, ਬਾਦਲ ਪਿੰਡ ਚ ਵਾਪਰਦਾ ਰਿਹਾ, 4.5 ਪਟਿਆਲੇ ਚ ਵਾਪਰਿਆ, 111 ਦਿਨ ਖਰੜ ਚ ਵਾਪਰਿਆ ਤੇ ਹੁਣ ਉਹ ਸੰਗਰੂਰ ਚ ਵਾਪਰ ਰਿਹਾ। ਨੌਜਵਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਕੇਂਦਰ ਸਰਕਾਰ ਦੇ ਖਿਲਾਫ ਕਈ ਥਾਵਾਂ ਤੇ ਜਿਹੜੀਆਂ ਟ੍ਰੇਨਾਂ ਵੀ ਸਾੜੀਆਂ ਗਈਆਂ ਤੇ ਮੁਜ਼ਾਹਰੇ ਵੀ ਕੀਤੇ ਗਏ। ਇਹ ਮਾਮਲਾ ਪੰਜਾਬ ਦੇ ਵਿੱਚ ਵੀ ਆ ਵੜਿਆ। ਇਹ ਲੱਗੀ ਹੋਈ ਅੱਗ ਪੰਜਾਬ 'ਚ ਵੀ ਆ ਗਈ। ਆ ਸ਼੍ਰੀਮਾਨ ਜਿਹੜੇ ਕਹਿੰਦੇ ਸੀ ਹਰ ਸਾਲ 2 ਕਰੋੜ ਨੌਕਰੀ ਦੇਵਾਂਗਾ, 3-3 ਲੱਖ ਰੁਪਇਆ ਵਿਦੇਸ਼ਾਂ 'ਚੋਂ ਵਾਪਸ ਲਿਆਵਾਂਗਾ, ਤੁਹਾਡੇ ਖਾਤਿਆਂ 'ਚ ਪਾਵਾਂਗਾ। ਉਹ ਵਿਦੇਸ਼ਾਂ ਚੋਂ ਪੈਸਾ ਵਾਪਸ ਥੋੜੀ ਕਹਿੰਦੇ, ਵਿਦੇਸ਼ਾਂ ਦੇ ਬੈਂਕਾਂ ਦੇ ਵਿੱਚ ਸਾਡੀ ਕਰੰਸੀ ਦਾ ਇਜ਼ਾਫਾ ਹੋ ਗਿਆ, ਵੱਧ ਗਈ। ਕਾਬੁਲ ਦੇ ਗੁਰਦੁਆਰਾ ਸਾਹਿਬ ਤੇ ਹਮਲਾ ਹੁੰਦਾ ਹੈ, ਜਿਸ ਦੀ ਸਿੱਖ ਪੰਥਕ ਜਿਹੜੇ ਜਥੇਦਾਰ ਨੇ ਜਾਂ ਸਿੱਖ ਆਗੂ ਨੇ ਉਹਨਾਂ ਵੱਲੋਂ ਲਗਾਤਾਰ ਨਿਖੇਧੀ ਕੀਤੀ ਹੈ। ਉੱਥੇ ਹਮਲਾ ਹੋਇਆ, ਤਾਜ਼ਾ ਸਥਿਤੀ ਇਹ ਪਤਾ ਲੱਗੀ ਹੈ ਕਿ ਜਿਹੜੇ ਹਮਲਾਵਰ ਆਏ ਸੀ ਉਹਨਾਂ ਨੂੰ ਵੀ ਫੋਰਸਾਂ ਨੇ ਢਹਿ ਢੇਰੀ ਕਰਤਾ। ਮੀਂਹ ਪੈਣ ਕਾਰਨ ਬਿਜਲੀ ਦੇ ਕੱਟ ਲੱਗੇ ਨੇ, ਜਿਸ ਦੇ ਕਾਰਨ 11,000 ਦੇ ਕਰੀਬ ਜਿਹੜੀਆਂ ਸ਼ਿਕਾਇਤਾਂ ਮਿਲੀਆਂ। 3 ਦਿਨ ਪਹਿਲਾਂ ਜੀਰਕਪੁਰ ਦੇ ਵਿੱਚ ਤੇਜ਼ ਹਨੇਰੀ ਨੇ, ਇਹ ਜਿੰਨੇ ਵੱਡੇ ਟਾਵਰ ਨੇ ਤੁਸੀਂ ਦੇਖਿਆ ਹੋਣਾ, ਰਾਕਟ ਜੇ ਵਰਗੇ ਖੜੇ ਹੁੰਦੇ 3 ਖੂੰਜੇ ਜੇ, ਉਹ ਡਿੱਗ ਪਏ। ਉੱਥੇ ਬਿਜਲੀ ਦੀ ਬਹਾਲੀ ਵਾਸਤੇ 48 ਘੰਟੇ ਲੱਗੇ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ ਤੇ ਚਰਚਾ ਕਰਦੇ ਹਾਂ। ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ। ਉਹਨਾਂ ਦਾ ਸਵਾਗਤ ਕਰ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੰਗੂ ਸਾਹਿਬ। ਜੇਕਰ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ, ਤਾਂ ਪੁਲਿਸ ਨੇ ਕਈ ਗੈਂਗਸਟਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਲਗਾਤਾਰ ਉਹਨਾਂ ਤੋਂ ਪੁੱਛਗਿੱਛ ਜਾਰੀ ਹੈ। ਦੱਸਿਆ ਜਾ ਰਿਹਾ ਕਿ ਇੱਕ ਸੰਤੋਸ਼ ਨਾਂ ਦਾ ਜਿਹੜਾ ਗੈਂਗਸਟਰ ਫੜਿਆ ਸੀ, ਉਸ ਕੋਲੋਂ ਕੁਝ ਹਥਿਆਰ ਬਰਾਮਦ ਹੋਏ ਨੇ ਜੀ। ਦੇਖੋ, ਜਿਹੜਾ ਅਜੇ ਤੱਕ ਸਾਡਾ ਜਿਹੜਾ ਮੀਡੀਆ ਨਾ, ਇਹ ਹਵਾ 'ਚ ਤਲਵਾਰਾਂ ਵੱਧ ਮਾਰ ਰਿਹਾ ਹੈ। ਅਸਲੀਅਤ ਹੁੰਦੀ ਨਹੀਂ। ਅੱਜ ਜਿੰਨੀਆਂ ਫੌਜਾਂ ਉੱਥੇ CIA ਸਟਾਫ ਖਰੜ ਦੇ ਬਾਹਰ ਖੜੀਆਂ ਨੇ, ਅੰਦਰੋਂ ਕੋਈ CCTV ਦੀ ਸਕਰੀਨ ਲਾਈ ਵੀ ਹੈ ਵੀ ਹੁਣ ਲਾਰੈਂਸ ਬਿਸ਼ਨੋਈ ਨੂੰ ਆਹ ਕੀਤਾ ਜਾ ਰਿਹਾ, ਹੁਣ ਉਹਨੂੰ ਆਹ ਕੀਤਾ ਜਾ ਰਿਹਾ, ਹੁਣ ਉਹਨੂੰ ਆਹ ਕੀਤਾ ਜਾ ਰਿਹਾ ਹੈ। ਜਿਹੜੀ 15 ਮਿੰਟਾਂ ਬਾਅਦ ਨਵੀਂ ਗੱਲ ਦੱਸ ਦਿੰਦੇ ਨੇ। ਜਿੱਦਣ ਇਹ ਸੰਤੋਸ਼ ਯਾਦਵ ਫੜਿਆ ਗਿਆ, ਸੰਤੋਸ਼ ਯਾਦਵ ਦੇ ਮਾਮਲੇ ਦੇ ਵਿੱਚ ਬੜਾ ਧਮੱਚੜ ਪਿਆ ਹੈ। ਲਓ ਜੀ ਫਿਰ ਇੱਕ ਸ਼ਾਰਪ ਸ਼ੂਟਰ ਫੜ ਲਿਆ। ਉਹਦੀ ਅਸਲੀਅਤ ਲੋਕਾਂ ਸਾਹਮਣੇ ਆਈਓ ਨਾ। ਕਿਵੇਂ ਭੰਗੂ ਉਹਦੇ ਜੀ ਕਹਿੰਦੇ ਵੀ ਕੁਛ ਇਸ਼ਤਿਹਾਰ ਫੜੇ ਨੇ ਤੋਂ 13-14। ਉਹ ਕਹਿੰਦਾ ਵੀ ਜਿੱਦਣ ਮੂਸੇ ਵਾਲੇ ਦਾ ਕਤਲ ਹੁੰਦਾ ਹੈ, ਮੈਂ ਤਾਂ ਗੁਜਰਾਤ ਦੇ ਇੱਕ ਜਗ੍ਹਾ ਹੈਗੀ ਹੈ, ਕੋਈ ਪੋਰਟ ਹੈ, ਉਹ ਪੋਰਟ ਦੇ ਕੋਲ ਇੱਕ ਹੋਟਲ ਦੇ ਵਿੱਚ ਠਹਿਰਿਆ ਹੋਇਆ ਸੀ। ਮੈਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ ਹੈਗਾ। ਹੁਣ ਤੁਸੀਂ ਇਹ ਦੱਸੋ, ਜਿਨ੍ਹਾਂ ਨੇ ਹੁਣ ਤੱਕ ਇਹ ਧਮੱਚੜ ਪਾਇਆ ਕਿ ਸੰਤੋਸ਼ ਯਾਦਵ ਫੜਿਆ ਗਿਆ ਜੀ, ਉਹ ਤੋਂ ਆਹ ਪੁੱਛਗਿੱਛ ਹੋ ਗਈ, ਆਹ ਹਥਿਆਰ ਫੜ ਲਏ, ਫਲਾਨੇ ਫੜ ਲਏ, ਢਿਮਕੇ ਫੜ ਲਏ। ਅਜੇ ਤੱਕ ਮੈਂ ਸਮਝਦਾ ਕਿ ਇਹਨਾਂ ਦੇ ਕੋਲ ਇੱਕ ਵੀ ਹਥਿਆਰ ਬਰਾਮਦ ਨਹੀਂ ਹੋਇਆ। ਜਿਹੜਾ
ਇਸ ਕਤਲकांड ਦੇ ਵਿੱਚ ਵਰਤਿਆ ਗਿਆ ਹੋਵੇ। ਸ਼ੁਰੂਆਤੀ ਦੌਰ ਦੇ ਵਿੱਚ ਕਿਹਾ ਗਿਆ ਕਿ AN 94 ਵਰਤੀ ਗਈ ਹੈ, ਫਿਰ ਕਹਿੰਦੇ ਜੀ AK 74 ਹੈ। ਇਹਨਾਂ ਦੋਨਾਂ ਦੇ ਜਿਹੜੇ ਰੌਂਦ ਨੇ ਉਹ ਇੱਕੋ ਜਿਹੇ ਨੇ, ਦੋਹਾਂ ਥਾਵਾਂ ਤੇ ਉੱਤੇ ਕੰਮ ਕਰ ਜਾਂਦੇ ਨੇ। ਇਹ ਗੱਲ ਕਹੀ ਜਾ ਰਹੀ ਹੈ, ਪਤਾ ਨਹੀਂ ਕਰਦੇ ਨੇ ਨਹੀਂ ਕਰਦੇ ਨੇ, ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੈ। ਸੋ ਹੁਣ ਜਦੋਂ ਉਹਨੇ ਇਹੀ ਕਹਿਤਾ, ਜੇ ਉਹ ਵੈਰੀਫਾਈ ਹੋ ਗਿਆ ਕਿ ਸੰਤੋਸ਼ ਜਾਦਵ ਗੁਜਰਾਤ ਦੇ ਇੱਕ ਪੋਰਟ ਦੇ ਨੇੜੇ, ਮੰਡੇਰਾ ਪਤਾ ਨਹੀਂ ਕੀ ਇਸ ਤਰ੍ਹਾਂ ਦਾ ਕੋਈ ਜਗ੍ਹਾ ਹੈਗੀ ਹੈ, ਮੁਦਰਾ ਪੋਰਟ, ਗੁਜਰਾਤ ਦੇ ਮੁਦਰਾ ਪੋਰਟ ਦੇ ਨੇੜੇ ਇੱਕ ਹੋਟਲ ਦੇ ਵਿੱਚ ਠਹਿਰਿਆ ਹੋਇਆ ਸੀ। ਜੇ ਉੱਥੋਂ ਉਹਦੀ ਇਹ ਗੱਲ ਦੀ ਪੁਸ਼ਟੀ ਹੋ ਜਾਵੇ ਵੀ ਹਾਂ ਇੱਥੇ ਠਹਿਰਿਆ ਸੀ, ਤੇ ਫਿਰ ਜਿਹੜਾ ਇੱਥੇ ਰੌਲਾ ਪਾਇਆ ਤੇ ਉਹ ਫੋਟੋਆਂ ਜਾਰੀ ਕਰਤੀਆਂ ਜੀ, ਆਹ ਫੜਲਾ ਫਲਾਨਾ ਕਰਦਾ ਢਿਮਕਾ ਕਰਤਾ, ਉਹ ਸਾਰਾ ਝੂਠ ਹੋ ਜਾਂਦਾ ਹੈ। ਇਹ ਨਹੀਂ ਹੈ ਕਿ ਪੁਲਿਸ ਲੱਗੀ ਨਹੀਂ ਹੋਈ, ਪੁਲਿਸ ਕੜੀਆਂ ਜੋੜਨ ਵਾਸਤੇ ਲੱਗੀ ਹੋਈ ਹੈ। ਲੋਕਾਂ ਦੇ ਵਿੱਚ ਇੱਕ ਇਹ ਚਰਚਾ ਹੈ ਕਿ ਚਿਹਰੇ ਬਹੁਤ ਵੱਡੇ ਵੱਡੇ ਨੇ ਇਹਦੇ ਪਿੱਛੇ, ਜਿਹਦੇ ਕਰਕੇ ਇਹ ਸ਼ਾਇਦ ਰਹੱਸ ਬਣ ਕੇ ਨਾ ਰਹਿ ਜੇ। ਅੱਜ ਹੋ ਗਈ 18 ਤਰੀਕ, ਉਹਦਾ 22 ਤੱਕ ਰਿਮਾਂਡ ਹੈ। 22 ਨੂੰ ਦੁਬਾਰਾ ਅਦਾਲਤ 'ਚ ਪੇਸ਼ ਕਰਨਾ ਹੈ, ਜਾਂ ਤਾਂ ਇਹ ਸਮਝ ਲਓ 20 ਜਾਂ 20 ਤੱਕ। ਹੋ ਸਕਦਾ ਸਰਕਾਰ ਨੂੰ ਕੋਈ ਫਾਇਦਾ ਦੇਣਾ ਹੋਵੇ, ਇਹ ਉਦੋਂ ਸਾਰਾ ਮਾਮਲਾ ਕਲੀਅਰ ਕਰ ਦੇਣ, ਤੇ ਜਾਂ ਫਿਰ ਰਾਜ ਕੋ ਰਾਜ ਰਹਿਣੇ ਦਿਓ, ਇਹ ਰਾਜ ਦਾ ਰਾਜ ਰਹਿ ਜਾਵੇ। ਸੋ ਭਗਵੰਤ ਸਿੰਘ ਮਾਨ ਦੀ ਸਰਕਾਰ ਵਾਸਤੇ ਇਹ ਬਹੁਤ ਵੱਡੀ ਚੁਣੌਤੀ ਹੈ। ਉਹਨਾਂ ਨੂੰ ਇਸ ਚੁਣੌਤੀ ਤੇ ਕੰਮ ਕਰਨਾ ਚਾਹੀਦਾ ਹੈ। ਇਸ ਮਾਮਲੇ ਦੇ ਵਿੱਚ ਖੁਦ ਭਗਵੰਤ ਮਾਨ, ਉਹਨਾਂ ਦੇ DGP BK ਭਾਵੜਾ ਸਾਹਿਬ ਜਾਂ ਕੋਈ ਹੋਰ ਕਦੋਂ ਇਹਦਾ ਖੁਲਾਸਾ ਕਰਦੇ ਆ, ਉਹ ਚੀਜ਼ ਨੂੰ ਇੰਤਜ਼ਾਰ ਰੱਖਣਾ ਚਾਹੀਦਾ ਹੈ। ਪਰ ਅਦਾਲਤ ਦੇ ਵਿੱਚ ਇਹ ਕੇਸ ਉਦੋਂ ਹੀ ਸਾਬਤ ਹੋਣਾ ਹੈ ਜਦੋਂ ਸਿੱਧੂ ਮੂਸੇਵਾਲੇ ਦੇ ਹਿੱਕ ਦੇ ਵਿੱਚ ਲੱਗੀਆਂ ਹੋਈਆਂ ਗੋਲੀਆਂ ਦਾ ਮਿਲਾਨ ਹੋ ਗਿਆ ਕਿਸੇ ਹਥਿਆਰ ਨਾਲ, ਕਿ ਇਸ ਹਥਿਆਰ ਦੇ ਵਿੱਚੋਂ ਇਹ ਚੱਲੀਆਂ ਸੀ, ਚਲਾਉਣ ਵਾਲੇ ਇਹ ਬੰਦੇ ਸੀ। ਜੇ ਉਹ ਮਿਲਾਨ ਹੋਏਗਾ ਤਾਂ ਸਜ਼ਾ ਹੋਏਗੀ, ਨਹੀਂ ਸਜ਼ਾ ਨਹੀਂ ਹੋਣੀ। ਜੀ ਪੰਕੂ ਸਾਹਿਬ। ਜੀ, ਪੰਜਾਬ ਯੂਨੀਵਰਸਿਟੀ ਦੇ ਮੁੱਦੇ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਮੁੱਖ ਮੰਤਰੀ ਕੋਠੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਜੀ। ਇਹ ਪੰਜਾਬ ਸਟੂਡੈਂਟ ਯੂਨੀਅਨ ਰੰਧਾਵਾ ਗਰੁੱਪ ਹੈ। ਤੁਹਾਨੂੰ ਯਾਦ ਆ ਕਿ ਪ੍ਰਿਥੀਪਾਲ ਸਿੰਘ ਰੰਧਾਵਾ ਹੁੰਦੇ ਸੀ, ਜਿਨ੍ਹਾਂ ਦਾ ਕਤਲ 80ਵਿਆਂ ਦੇ ਨੇੜੇ ਤੇੜੇ ਹੋ ਗਿਆ ਸੀ। ਇਹ ਰੰਧਾਵਾ ਸਾਹਿਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਨੇ। ਬੰਦਾ ਬੜਾ ਗੁਣੀ ਗਿਆਨੀ ਸੀ, ਤੇ ਜਦੋਂ ਲੀਗਲ ਸਿਨੇਮਾ ਮੋਗੇ ਵਾਲਾ ਕਾਂਡ ਚੱਲਿਆ ਹੈ, ਉਹ ਸਿਨੇਮਾ ਚੱਲਣ ਨਹੀਂ ਦਿੱਤਾ ਵਿਦਿਆਰਥੀਆਂ ਨੇ। ਉਦੋਂ ਪ੍ਰਿਥੀਪਾਲ ਸਿੰਘ ਰੰਧਾਵਾ ਦਾ ਕਾਫੀ ਨਾਂ ਪ੍ਰਚਲਿਤ ਸੀ। ਉਹਨਾਂ ਦੇ ਨਾਂ ਦੀ ਜਥੇਬੰਦੀ ਹੈ। ਇਹਦੇ ਆਗੂ ਨੇ, ਜਥੇਬੰਦਕ ਸਕੱਤਰ ਨੇ ਹੁਸ਼ਿਆਰ ਸਿੰਘ ਸਲੇਮਗੜ੍ਹ। ਇਹ ਤੋਂ ਇਲਾਵਾ ਕੁਝ ਹੋਰ ਆਗੂਆਂ ਨੇ ਇਕੱਠੇ ਹੋ ਕੇ, ਜੇ ਆਪਾਂ ਭਵਾਨੀਗੜ੍ਹ ਵਾਲੇ ਪਾਸਿਓਂ ਸੰਗਰੂਰ ਬੱਸ ਸਟੈਂਡ ਵੱਲ ਨੂੰ ਜਾਈਏ ਤਾਂ ਬਾਈਪਾਸ ਤੋਂ ਜਿੱਥੇ ਸੱਜੇ ਨੂੰ ਸੜਕ ਮੁੜਦੀ ਹੈ, ਖੱਬੇ ਪਾਸੇ ਉੱਥੇ ਬੇਰਕਾ ਮਿਲਕ ਪਲਾਂਟ ਹੈ। ਇਹ ਵਿਦਿਆਰਥੀ ਜਥੇਬੰਦੀਆਂ ਦੇ ਆਗੂ ਉੱਥੇ ਇਕੱਠੇ ਹੋਏ। ਉੱਥੋਂ ਇਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਵੱਲ ਨੂੰ ਚਾਲੇ ਪਾਏ। ਜਿਹੜਾ ਕੁਛ 10 ਸਾਲ ਬਠਿੰਡਾ ਤੇ ਲੰਬੀ 'ਚ ਵਾਪਰਦਾ ਰਿਹਾ, ਬਾਦਲ ਪਿੰਡ 'ਚ ਵਾਪਰਦਾ ਰਿਹਾ, 4.5 ਪਟਿਆਲੇ 'ਚ ਵਾਪਰਿਆ, 111 ਦਿਨ ਖਰੜ 'ਚ ਵਾਪਰਿਆ, ਤੇ ਹੁਣ ਉਹ ਸੰਗਰੂਰ 'ਚ ਵਾਪਰ ਰਿਹਾ, ਲਗਾਤਾਰ ਵਾਪਰ ਰਿਹਾ।
ਹਰ ਰੋਜ਼ ਮੁਲਾਜ਼ਮ ਜਥੇਬੰਦੀਆਂ ਉੱਥੇ ਜਾ ਕੇ ਪ੍ਰੋਗਰਾਮ ਕਰਦੀਆਂ ਨੇ। ਸੋ ਪੰਜਾਬ ਯੂਨੀਵਰਸਿਟੀ ਨੂੰ ਜਿਹੜਾ ਕੇਂਦਰ ਵਾਲੇ ਹੜੱਪਣਾ ਚਾਹੁੰਦੇ ਆ, ਇਹਦਾ ਵਿਰੋਧ ਕਰ ਰਹੇ ਨੇ ਸਾਰੇ। ਨਾਲ ਹੀ ਇਹਨਾਂ ਨੇ ਜਿਹੜੀ ਕੇਂਦਰੀ ਸਿੱਖਿਆ ਨੀਤੀ 2020 ਹੈ ਉਹਦੇ ਵਿੱਚ ਵੀ ਤਬਦੀਲੀ ਦੀ ਮੰਗ ਕੀਤੀ ਹੈ ਕਿ ਇਹ ਤਬਦੀਲੀ ਕੀਤੀ ਜਾਵੇ। ਇਹ ਹੁਣ ਅਗਲੇ ਸਮੇਂ 'ਚ ਆਪਾਂ ਦੇਖਦੇ ਹਾਂ ਸਰਕਾਰ ਤਬਦੀਲੀ ਕਰਦੀ ਹੈ ਜਾਂ ਨਹੀਂ ਕਰਦੀ। ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਉੱਥੇ ਰੋਸ ਮੁਜ਼ਾਹਰਾ ਕੀਤਾ। ਪੰਜਾਬ ਸਟੂਡੈਂਟ ਯੂਨੀਅਨ, ਸ਼ਹੀਦ ਰੰਧਾਵਾ ਗਰੁੱਪ ਨੇ ਜੀ ਅਗਨੀਪਥ ਸਕੀਮ ਨੂੰ ਲੈ ਕੇ ਲਗਾਤਾਰ ਜਿਹੜਾ ਨੌਜਵਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਕੇਂਦਰ ਸਰਕਾਰ ਦੇ ਖਿਲਾਫ, ਕਈ ਥਾਵਾਂ ਤੇ ਜਿਹੜੀਆਂ ਟ੍ਰੇਨਾਂ ਵੀ ਸਾੜੀਆਂ ਗਈਆਂ ਤੇ ਮੁਜ਼ਾਹਰੇ ਵੀ ਕੀਤੇ ਜਾ ਰਹੇ ਨੇ। ਦੇਖੋ, ਪੂਰੇ ਭਾਰਤ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਵੱਡੀ ਪੱਧਰ ਦੇ ਉੱਤੇ ਵਿਰੋਧਤਾ ਹੋ ਰਹੀ ਹੈ। ਬਿਹਾਰ ਦੇ ਵਿੱਚ 3 ਦੇ ਕਰੀਬ ਗੱਡੀਆਂ ਨੂੰ ਅਗਨ ਭੇਟ ਕਰ ਦਿੱਤਾ ਗਿਆ। ਮੈਂ ਇਹਨਾਂ ਛੋਟੇ ਭਰਾਵਾਂ ਨੂੰ ਬੇਨਤੀ ਕਰਾਂ ਕਿ ਦੋਸਤੋ, ਇਹ ਕਿਹਦਾ ਤੁਸੀਂ ਨੁਕਸਾਨ ਕਰ ਰਹੇ ਹੋ? ਤੁਸੀਂ ਵਿਰੋਧ ਕਰੋ, ਮੁਰਦਾਬਾਦ ਕਰੋ, ਪਰ ਸ਼ਾਂਤੀਪੂਰਵਕ ਰਹਿ ਕੇ ਸੰਵਿਧਾਨ ਤੁਹਾਨੂੰ ਹੱਕ ਦਿੰਦਾ ਹੈ। ਪਰ ਜਿਹੜੇ ਪਾਸੇ ਵੱਲੇ ਆਪਾਂ ਤੁਰ ਪਏ ਆ, ਇਹਨਾਂ ਨੇ ਜਿੰਨਾ ਤੁਸੀਂ ਨੁਕਸਾਨ ਕਰਤਾ ਉਸ ਤੋਂ 10 ਗੁਣਾ ਇਕੱਠਾ ਕਰਕੇ ਤੁਹਾਡੇ ਗਲ 'ਚ ਪਾ ਦੇਣਾ। ਪਹਿਲਾਂ ਇਹ ਹਰਿਆਣਾ, ਯੂਪੀ, ਬਿਹਾਰ ਤੇ ਦੂਜੇ ਰਾਜਾਂ ਦੇ ਵਿੱਚ ਚੱਲਦਾ ਸੀ, ਤੇ ਅੱਜ ਕੱਲ੍ਹ ਭੰਗੂ ਸਾਹਿਬ ਜੀ ਇਹ ਮਾਮਲਾ ਪੰਜਾਬ ਦੇ ਵਿੱਚ ਵੀ ਆ ਵੜਿਆ। ਇਹ ਲੱਗੀ ਹੋਈ ਅੱਗ ਪੰਜਾਬ 'ਚ ਵੀ ਆ ਗਈ। ਇਸ ਅੱਗ ਨੇ ਅੰਮ੍ਰਿਤਸਰ, ਜਲੰਧਰ PAP ਚੌਕ ਦੇ ਵਿੱਚ ਤੋਂ ਲੈ ਕੇ ਲੁਧਿਆਣਾ ਮਾਰਗ ਜਾਮ ਕੀਤਾ। ਅੰਮ੍ਰਿਤਸਰ ਦੇ ਵਿੱਚ ਕੁਝ ਗੱਡੀਆਂ ਤੇ ਕਹਿੰਦੇ ਪਥਰਾਬਾਜ਼ੀ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮੋਦੀ ਸਰਕਾਰ ਦੇ ਪੁਤਲੇ ਸਾੜੇ ਗਏ ਔਰ ਲੁਧਿਆਣੇ ਦੇ ਵਿੱਚ ਵੀ ਇਸ ਤਰ੍ਹਾਂ ਦੀ ਵਿਰੋਧਤਾ ਹੋਈ ਹੈ। ਇਸ ਅਗਨੀਪਥ ਨਾਂ ਦੇਖੋ ਰੱਖਦੇ, ਅਗਨੀਪਥ ਪਹਿਲਾਂ ਹੀ ਇਹਨਾਂ ਨੇ ਅਗਨੀ ਜਿਹੜੀ ਸੀ ਉਹ ਲਾਈ ਹੈ। ਤੇ ਮੇਰੀ ਬੇਨਤੀ ਹੈ, ਜਿਹੜੀਆਂ ਤੁਸੀਂ ਹੁਣ ਅਮੈਂਡਮੈਂਟਾਂ ਕਰਦੇ ਫਿਰਦੇ ਹੋ, ਪਹਿਲਾਂ ਕਹਿੰਦੇ 25% ਇਹਨਾਂ ਚੋਂ ਸਿੱਧੇ ਭਰਤੀ ਹੋਣਗੇ, 75% ਨਹੀਂ। ਹੁਣ ਨਵਾਂ ਸੋਚਾ ਛੱਡਤਾ ਸਕੋਪਾ ਇੱਕ ਕਿ 10% ਹੋਰਾਂ ਨੂੰ ਦੂਜੀਆਂ ਫੋਰਸਾਂ ਦੇ ਵਿੱਚ ਜਾਂ ਕਿਤੇ ਹੋਰ ਭਰਤੀ ਕੀਤਾ ਜਾਵੇਗਾ। ਇਹ ਛੱਡਿਆ ਕਾਹਦੇ ਵਾਸਤੇ ਗਿਆ ਸੀ? ਜੇ ਸੋਚ ਸਮਝ ਕੇ ਸਕੀਮਾਂ ਬਣਾਈਆਂ ਹੁੰਦੀਆਂ, ਜਿੰਨੇ ਸਾਬਕਾ ਫੌਜੀ ਨੇ ਉਹਨਾਂ ਚੋਂ ਬਹੁਤ ਗਿਣਤੀ ਇਹਦੀ ਵਿਰੋਧਤਾ ਕਰ ਰਹੇ ਨੇ। ਆ ਜਿਨ੍ਹਾਂ ਨੇ ਨੀਕਰਾਂ ਗੋਡਿਆਂ ਤੱਕ ਪਾਈਆਂ ਨੇ ਖਾਕੀ ਰੰਗ ਦੀਆਂ, ਉਹ ਢਿੱਲੀ ਜੀ ਆਵਾਜ਼ ਨਾਲ ਜ਼ਰੂਰ ਦੀ ਹਮਾਇਤ ਕਰਦੇ ਨੇ। ਇਸ ਕਰਕੇ ਇਸ ਮਾਮਲੇ ਦੇ ਵਿੱਚ ਕਈ ਆਗੂਆਂ ਨੇ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਇਸੇ ਤਰ੍ਹਾਂ ਹੋਰਨਾਂ ਆਗੂ, ਇਹਨਾਂ ਦਾ ਰਾਜ ਸਭਾ ਮੈਂਬਰ ਰਾਘਵ ਚੱਡਾ, ਇਹਨਾਂ ਸਾਰਿਆਂ ਨੇ ਰਾਜਨਾਥ ਨੂੰ ਚਿੱਠੀ ਲਿਖੀ ਹੈ। ਕੇਂਦਰੀ ਜਿਹੜੇ ਸਾਡੇ ਰੱਖਿਆ ਮੰਤਰੀ ਨੇ, ਉਹਨਾਂ ਨੂੰ ਚਿੱਠੀ ਲਿਖ ਕੇ ਇਸ ਗੱਲ ਦੇ ਵਿੱਚ ਕਿਹਾ ਕਿ ਜਿਹੜਾ ਹੈਗਾ ਤੁਸੀਂ ਇਹਨੂੰ ਵਾਪਸ ਲਓ। ਉਹ ਵਾਪਸ ਲੈਂਦੇ ਆ ਕਿ ਨਹੀਂ ਲੈਂਦੇ, ਇਹਦੇ ਬਾਰੇ ਤਾਂ ਸਾਨੂੰ ਪਤਾ ਨਹੀਂ। ਅੰਮ੍ਰਿਤਸਰ ਬਾਰੇ ਕਾਫੀ ਹਾਈ ਅਲਰਟ ਜਾਰੀ ਹੋਇਆ ਹੈ। ਉੱਥੇ GRP ਜਿਹੜੀ ਪੰਜਾਬ ਪੁਲਿਸ ਨਾਲ ਸੰਬੰਧਿਤ ਟੁਕੜੀ ਹੈ,
ਤੇ RPF ਰੇਲਵੇ ਪ੍ਰੋਟੈਕਸ਼ਨ ਫੋਰਸ, ਇਹਨਾਂ ਨੇ ਸਾਂਝੇ ਤੌਰ ਦੇ ਉੱਤੇ ਅੱਜ ਉੱਥੇ ਪਹਿਰਾ ਵੀ ਦਿੱਤਾ, ਸਖਤੀ ਵੀ ਕੀਤੀ ਹੈ ਤੇ ਚੁਕੰਨੇ ਹੋ ਕੇ ਵੀ ਕੰਮ ਕੀਤਾ ਜਾ ਰਿਹਾ ਹੈ। ਮੈਂ ਫਿਰ ਇੱਕ ਵਾਰੀ ਬੇਨਤੀ ਕਰਦਿਆਂ ਇਹਨਾਂ ਪ੍ਰਦਰਸ਼ਨਕਾਰੀ ਭਰਾਵਾਂ ਨੂੰ ਕਿ ਮਿੱਤਰੋ, ਅਸੀਂ ਤੁਹਾਡੇ ਨਾਲ ਹਾਂ। 2 ਸਾਲ ਇੱਥੇ ਭਰਤੀ ਨਹੀਂ ਹੋਈ, ਉਹ ਬੱਚੇ ਖੂਨ ਪਸੀਨਾ ਮੈਦਾਨਾਂ ਦੇ ਵਿੱਚ ਕੰਮ ਕਰ ਕਰਕੇ ਬਹਾਉਂਦੇ ਰਹੇ, ਪ੍ਰੈਕਟਿਸ ਕਰਦੇ ਰਹੇ। ਤੇ ਆ ਸ਼੍ਰੀਮਾਨ ਜਿਹੜੇ ਕਹਿੰਦੇ ਸੀ ਹਰ ਸਾਲ 2 ਕਰੋੜ ਨੌਕਰੀ ਦੇਵਾਂਗਾ, 3-3 ਲੱਖ ਰੁਪਇਆ ਵਿਦੇਸ਼ਾਂ ਚੋਂ ਵਾਪਸ ਲਿਆਵਾਂਗਾ, ਤੁਹਾਡੇ ਖਾਤਿਆਂ 'ਚ ਪਾਵਾਂਗਾ। ਉਹ ਵਿਦੇਸ਼ਾਂ ਚੋਂ ਪੈਸਾ ਵਾਪਸ ਥੋੜੀ ਕਹਿੰਦੇ, ਵਿਦੇਸ਼ਾਂ ਦੇ ਬੈਂਕਾਂ ਦੇ ਵਿੱਚ ਸਾਡੀ ਕਰੰਸੀ ਦਾ ਇਜ਼ਾਫਾ ਹੋ ਗਿਆ, ਵੱਧ ਗਈ ਉੱਥੇ। ਤੇ ਕਿਹੜੀ ਕਰੰਸੀ ਇਹਨਾਂ ਨੇ ਵਾਪਸ ਲੈ ਕੇ ਆਉਣੀ ਹੈ? ਅੱਜ ਇਹਨਾਂ ਨੂੰ ਰੱਬ ਨਹੀਂ ਚੇਤਾ, ਕਿਉਂਕਿ ਵਿਰੋਧੀ ਧਿਰ ਦੇ ਵਿੱਚ ਕੋਈ ਹੈ ਨਹੀਂ ਜਿਹੜਾ ਇਹਨਾਂ ਦਾ ਮੁਕਾਬਲਾ ਕਰ ਸਕੇ। ਪਰ ਦੇਸ਼ ਦੇ ਹੁਕਮਰਾਨ ਨੂੰ ਭੁੱਲ ਆਉਣਾ, ਜਦੋਂ ਕਿਸੇ ਚੀਜ਼ ਦਾ ਬਹੁਤ ਵੱਡਾ ਅੱਤ ਚੱਕੀ ਜਾਂਦੀ ਹੈ, ਉਹੀ ਅਧਕ ਟਿੱਪੀ ਬਣ ਕੇ ਅੰਤ ਵਾਲੇ ਪਾਸੇ ਨੂੰ ਤੁਰਦੇ ਹੈ। ਜਦੋਂ ਚੜ੍ਹਾਈਆਂ ਹੁੰਦੀਆਂ ਨੇ ਕਿਸੇ ਦੀਆਂ, ਚੜ੍ਹੀ ਜਾਂਦੀ ਹੈ ਆਤਿਸ਼ਬਾਜ਼ੀ ਵਾਂਗੂ, ਐਨ ਸਿਰੇ ਤੇ ਜਾ ਕੇ ਪਟਾਕਾ ਪਾ ਕੇ ਧੜਮ ਡਿੱਗਦੀ ਹੈ। ਸੋ ਧਰਮ ਅਨੇਕ ਭਾਰਤ ਏਕ, ਬਸ ਕਰੋ। ਜਿਹੜੀਆਂ ਅਸਲ ਸਮੱਸਿਆਵਾਂ ਨੇ ਉਹਦੇ ਵੱਲ ਧਿਆਨ ਨਹੀਂ। ਤੁਹਾਡਾ ਡਾਲਰ ਦੇ ਮੁਕਾਬਲੇ ਰੁਪਈਆ ਮੂਧੇ ਮੂੰਹ ਡਿੱਗ ਪਿਆ, ਮਹਿੰਗਾਈ ਅਸਮਾਨਾਂ ਤੱਕ ਪਹੁੰਚ ਗਈ। ਤੁਸੀਂ ਕੀਤਾ ਕੀ ਹੈ? ਇਹ ਦੱਸੋ ਲੋਕਾਂ ਨੂੰ ਕਿ ਅਸਲ ਮੁੱਦੇ ਨੇ ਜਿਹੜੇ ਇਸ ਮੁਲਕ ਦੇ ਕੋਈ ਗਰੀਬ 4 ਰੁਪਏ ਸਸਤੀ ਰੋਟੀ ਨਾ ਖਾ ਸਕੇ, ਉਧਰ ਧਿਆਨ ਨਹੀਂ। ਤੇ ਵੱਡੇ ਵੱਡੇ ਧਨਾਡਾਂ ਮੁਤਾਬਕ ਪਾਲਿਸੀਆਂ ਬਣਦੀਆਂ ਨੇ। ਅਸਲ ਮੁੱਦਿਆਂ ਤੋਂ ਧਿਆਨ ਭਟਕਾ ਕੇ ਕਿਸੇ ਪਾਸੇ ਹੋਰ ਤੋਰ ਦਿਓ। ਜਦੋਂ ਉਹ ਸਿਖਰ ਹੋ ਜਾਵੇ, ਉਧਰੋਂ ਧਿਆਨ ਕਿਤੇ ਦੂਜੇ ਪਾਸੇ ਨੂੰ ਭਟਕ ਦਿਓ। ਇਹ ਨਾ ਕਰੋ। ਇਸ ਤਰ੍ਹਾਂ ਦੀਆਂ ਅੱਗਾਂ ਦੇਸ਼ ਵਿੱਚ ਦੇਸ਼ ਦੇ ਹਿੱਤ ਲਈ ਬਿਲਕੁਲ ਵੀ ਨਹੀਂ। ਇਹਨਾਂ ਦੇ ਵਿੱਚ ਦੇਸ਼ ਦੇ ਹਿੱਤ 'ਚ ਇਹ ਨਹੀਂ ਹੋ ਸਕਦੀਆਂ, ਦੇਸ਼ ਨੂੰ ਬਰਬਾਦ ਕਰ ਦੇਣਗੀਆਂ। ਜੀ, ਪੁੱਤ ਦੇ ਨਸ਼ੇ ਤੋਂ ਤੰਗ ਹੋ ਕੇ ਮਾਂ ਰੱਸੀ ਲੈ ਕੇ ਜਿਹੜੀ ਵਿਧਾਇਕ ਕੋਲੇ ਪਹੁੰਚੀ ਹੈ ਤੇ ਉੱਥੇ ਮੌਤ ਦੀ ਮੰਗ ਕਰ ਰਹੀ ਹੈ ਵਿਧਾਇਕ ਤੋਂ। ਇਹ ਵਿਧਾਇਕ ਸਾਹਿਬ ਨੇ ਲੁਧਿਆਣੇ ਜ਼ਿਲ੍ਹੇ ਦੇ, ਇਹਨਾਂ ਦਾ ਨਾਮ ਆ ਅਸ਼ੋਕ ਪਰਾਸ਼ਰ ਪੱਪੀ। ਇਹਨਾਂ ਨੇ ਪਿਛਲੇ ਸਮੇਂ ਤੋਂ ਇੱਕ ਕੰਮ ਆਰੰਭ ਕੀਤਾ ਹੈ ਕਿ ਜਿਹੜੇ ਬੱਚੇ ਨਸ਼ੇ ਦੀ ਦਲਦਲ 'ਚ ਫਸੇ ਹੋਏ ਨੇ, ਉਹਨਾਂ ਨੂੰ ਉਹਦੇ 'ਚੋਂ ਕੱਢ ਕੇ ਸਿਹਤ ਕੇਂਦਰਾਂ ਦੇ ਵਿੱਚ ਦਾਖਲ ਕਰਾਇਆ ਜਾਵੇ, ਨਸ਼ਾ ਛਡਾਊ ਕੇਂਦਰਾਂ 'ਚ ਦਾਖਲ ਕਰਾਇਆ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਸ਼ੇ ਛੱਡ ਜਾਣ। ਅੱਜ ਸੋਚੋ, ਜਿਨ੍ਹਾਂ ਨੇ ਪ੍ਰਚਾਰ ਕੀਤਾ ਕਿ ਅਕਾਲੀ ਭਾਜਪਾ ਸਰਕਾਰ ਦੇ ਵਿੱਚ 10 ਸਾਲ ਨਸ਼ਾ ਬਹੁਤ ਵੱਡੀ ਪੱਧਰ ਤੇ ਵਰਤਿਆ ਗਿਆ, ਪ੍ਰਮੋਟ ਕੀਤਾ ਉਹਨਾਂ ਨੇ, ਤੇ ਅਸੀਂ ਆ ਗਏ 4 ਹਫ਼ਤਿਆਂ ਦੇ ਵਿੱਚ ਖਤਮ ਕਰ ਦਿਆਂਗੇ। ਮੈਨੂੰ ਪਤਾ ਸਾਰਾ, 4 ਨਹੀਂ 40 ਹਫ਼ਤੇ ਵੀ ਲੰਘ ਗਏ ਤੇ ਫਿਰ ਅਸੀਂ ਤਾਂ ਜੀ ਉਹ ਲੱਕ ਤੋੜਨ ਨੂੰ ਕਿਹਾ ਸੀ। ਆ ਦੁੱਕੀ ਪੰਜੀ ਛੋਟੀਆਂ ਛੋਟੀਆਂ ਮੱਛੀਆਂ ਫੜ ਲਈਆਂ ਤੇ ਵੱਡੀ ਮੱਛੀ ਵੱਲ ਕਿਸੇ ਨੇ ਧਿਆਨ ਹੀ ਨਹੀਂ ਕੀਤਾ। 111 ਦਿਨ ਚਰਨਜੀਤ ਸਿੰਘ ਚੰਨੀ ਲੰਘ ਗਏ, ਹੁਣ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ। ਕਹਿ ਉਹ ਵੀ ਰਹੇ ਨੇ ਕਿ ਅਸੀਂ ਨਸ਼ਾ ਤੁਹਾਨੂੰ ਖਤਮ ਕਰਕੇ ਦਿਖਾਵਾਂਗੇ, ਮੁਬਾਰਕ ਹੋਵੇ, ਕਰ ਦਿਓ ਖਤਮ। ਜੇ ਤੁਸੀਂ ਨਸ਼ਾ ਖਤਮ ਕਰ ਦਿਓਗੇ, ਇਹ ਨਸ਼ਾ ਇਉਂ ਨਹੀਂ ਹੋਣਾ, ਇਹਦੀ ਜੜ 'ਚ ਜਾਓ।
ਇਹਦੀ ਜੜ ਕਿੱਥੇ ਪਈ ਹੈ, ਇਹ ਬੱਚੇ ਕਿਉਂ ਜਾ ਰਹੇ ਨੇ ਉਧਰ ਨੂੰ, ਇਹ ਗੈਂਗਸਟਰ ਕਿਉਂ ਬਣ ਰਹੇ ਨੇ। ਜਦੋਂ ਮਲਾਈਆਂ ਤਾਂ ਤੁਸੀਂ ਖਾ ਲਈਆਂ ਤੇ ਫਿਰ ਉਹ ਜਾਣਗੇ ਕਿਹੜੇ ਪਾਸੇ ਨੂੰ। ਸੋ ਮੇਰੀ ਸਨਿਮਰ ਬੇਨਤੀ ਹੈ, ਨਾ ਪੰਜਾਬ ਨੂੰ ਕੈਲੀਫੋਰਨੀਆ ਚਾਹੀਦਾ, ਨਾ ਪੰਜਾਬ ਦਿੱਲੀ, ਗੁਜਰਾਤ, ਹਿਮਾਚਲ ਵਰਗਾ ਚਾਹੀਦਾ। ਪੰਜਾਬ ਤਾਂ ਉਹ ਖੇੜਿਆਂ, ਬੇਲਿਆਂ, ਝਿੜੀਆਂ, ਕਿੱਕਲੀਆਂ ਪਾਉਂਦਾ ਪੰਜਾਬ ਚਾਹੀਦਾ। ਤੇ ਤੁਸੀਂ ਸਿਆਸਤਦਾਨੋ ਜਿਹੜੀ ਅੱਗ ਆਪਣੇ ਸਵਾਰਥ ਵਾਸਤੇ ਲਾਈ ਸਮਾਜ ਦੇ ਵਿੱਚ, ਉਹਨੇ ਮੇਰੇ ਰੰਗਲੇ ਪੰਜਾਬ ਨੂੰ ਨਸ਼ੀਲੇ ਪੰਜਾਬ ਵਾਲੇ ਪਾਸੇ ਨੂੰ ਤੋਰਤਾ ਜੀ। ਕਾਬੁਲ ਦੇ ਗੁਰਦੁਆਰਾ ਸਾਹਿਬ ਤੇ ਹਮਲਾ ਹੁੰਦਾ ਹੈ, ਜਿਸ ਦੀ ਸਿੱਖ ਪੰਥਕ ਜਿਹੜੇ ਜਥੇਦਾਰ ਨੇ ਜਾਂ ਸਿੱਖ ਆਗੂ ਨੇ ਉਹਨਾਂ ਵੱਲੋਂ ਲਗਾਤਾਰ ਨਿਖੇਧੀ ਕੀਤੀ ਜਾ ਰਹੀ ਹੈ। ਦੇਖੋ, ਇਹ ਉੱਥੋਂ ਦਾ ਗੁਰੂ ਘਰ ਹੈ, ਕਰਤਾ ਇਹ ਪ੍ਰਵਾਨ। ਉੱਥੇ ਹਮਲਾ ਹੋਇਆ, ਤਾਜ਼ਾ ਸਥਿਤੀ ਇਹ ਪਤਾ ਲੱਗੀ ਹੈ ਕਿ ਜਿਹੜੇ ਹਮਲਾਵਰ ਆਏ ਸੀ ਉਹਨਾਂ ਨੂੰ ਵੀ ਫੋਰਸਾਂ ਨੇ ਢਹਿ ਢੇਰੀ ਕਰਤਾ। ਇਸ ਮਾਮਲੇ ਦੇ ਵਿੱਚ ਜੇ ਕੋਈ ਸਭ ਤੋਂ ਵੱਧ ਭੂਮਿਕਾ ਅਦਾ ਕਰ ਰਿਹਾ ਹੈ ਤਾਂ ਭਾਰਤੀ ਜਨਤਾ ਪਾਰਟੀ ਦਾ ਆਗੂ ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕਰ ਰਿਹਾ ਹੈ। ਉਹਨਾਂ ਨੇ ਜਿਹੜੇ ਪ੍ਰਧਾਨ ਨੇ ਉੱਥੋਂ ਦੀ ਕਮੇਟੀ ਦੇ ਕਾਬਲ ਦੇ ਕਰਤਾ ਇਹ ਪ੍ਰਵਾਨ ਗੁਰੂ ਘਰ ਦੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਉਹਨਾਂ ਤੋਂ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਹੈ ਤੇ ਫਿਰ ਕੇਂਦਰੀ ਦੀ ਸਰਕਾਰ ਨਾਲ ਵੀ ਗੱਲਬਾਤ ਕੀਤੀ ਹੈ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਤੇ ਜੱਦਰ ਸਾਹਿਬ, ਸਾਡੇ ਕਾਰਜਕਾਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ ਕਿ ਇਹ ਗਲਤ ਹੋਇਆ। ਇਸ ਸੰਬੰਧ ਦੇ ਵਿੱਚ ਭਾਰਤ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੰਬੰਧਿਤ ਸਰਕਾਰ ਦੇ ਨਾਲ ਗੱਲਬਾਤ ਕਰਨ, ਡਿਪਲੋਮੈਟਿਕ ਤਰੀਕਾ ਵਰਤਣ, ਉੱਥੋਂ ਦੇ ਰਾਜਦੂਤਾਂ ਨਾਲ ਗੱਲ ਕਰਨ, ਜਿਹੜਾ ਭਾਰਤ ਦਾ ਹਾਈ ਕਮਿਸ਼ਨਰ ਹੈ ਉੱਥੇ ਉਹਨਾਂ ਨਾਲ ਗੱਲ ਕਰਨ, ਉਹਨਾਂ ਰਾਹੀਂ ਅੱਗੇ ਸਰਕਾਰ ਤੱਕ ਪਹੁੰਚ ਕਰਨ। ਇਹ ਸਾਰਾ ਕੁਝ ਅੱਜ ਦੇ ਜ਼ਮਾਨੇ 'ਚ ਜ਼ਰੂਰੀ ਹੈ। ਉੱਥੋਂ ਦੇ ਇੱਕ ਤਰਜਮਾਨ ਨੇ ਅਰਦਨ ਗਰਾਚੀ, ਉਹਨਾਂ ਨੇ ਕਿਹਾ ਕਿ ਸਾਨੂੰ ਬਹੁਤ ਚਿੰਤਾ ਹੈ, ਸਾਡੀ ਇਹ ਨਜ਼ਰ 'ਚ ਹੈ, ਇਹ ਜਿਹੜਾ ਸਿੱਖ ਗੁਰੂ ਘਰ ਦੇ ਉੱਤੇ ਹਮਲਾ ਹੋਇਆ ਹੈ ਇਹ ਨਾ ਸਹਿਣਯੋਗ ਹੈ, ਬਹੁਤ ਮੰਦਭਾਗਾ ਹੈ। ਅਸੀਂ ਸਮਝਾਂਗੇ ਕਿ ਜਲਦ ਤੋਂ ਜਲਦ ਇਸ ਮਸਲੇ ਨੂੰ ਹੱਲ ਕਰੀਏ। ਇਹਦੇ ਵਿੱਚ ਜੋ ਵੀ ਕਦਮ ਉਠਾਉਣੇ ਪਏ ਉਹ ਉੱਥੋਂ ਦੀ ਸਰਕਾਰ ਉਠਾਵੇਗੀ ਜੀ। ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਬਿਜਲੀ, ਤਾਂ ਲੁਧਿਆਣੇ ਦੇ ਵਿੱਚ ਮੀਂਹ ਪੈਣ ਕਾਰਨ ਬਿਜਲੀ ਦੇ ਕੱਟ ਲੱਗੇ ਨੇ, ਜਿਸ ਦੇ ਕਾਰਨ 11,000 ਦੇ ਕਰੀਬ ਜਿਹੜੀਆਂ ਸ਼ਿਕਾਇਤਾਂ ਮਿਲੀਆਂ ਨੇ। ਇਸ ਵੇਲੇ ਇਹ ਸ਼ਿਕਾਇਤਾਂ ਬਹੁਤ ਵੱਧ ਰਹੀਆਂ ਨੇ। ਇਹ ਪਤਾ ਨਹੀਂ ਕਿਹੇ ਜਿਹੇ ਟਾਵਰਾਂ ਦੀ ਕੁਆਲਿਟੀ ਵਰਤਦੇ ਨੇ। ਇਹ 3 ਦਿਨ ਪਹਿਲਾਂ ਜੀਰਕਪੁਰ ਦੇ ਵਿੱਚ ਤੇਜ਼ ਹਨੇਰੀ ਨੇ, ਇਹ ਜਿੰਨੇ ਵੱਡੇ ਟਾਵਰ ਨੇ ਤੁਸੀਂ ਦੇਖਿਆ ਹੋਣਾ, ਰੌਕਟ ਜੇ ਵਰਗੇ ਖੜੇ ਹੁੰਦੇ 3 ਖੂੰਜੇ ਜੇ, ਉਹ ਡਿੱਗ ਪਏ। ਉੱਥੇ ਬਿਜਲੀ ਦੀ ਬਹਾਲੀ ਵਾਸਤੇ 48 ਘੰਟੇ ਲੱਗੇ ਤੇ ਇਸ ਲੁਧਿਆਣੇ ਦੇ ਵਿੱਚ ਬਿਜਲੀ ਜਾਣ ਦੀਆਂ 11,000 ਘਟਨਾਵਾਂ ਆਈਆਂ। ਬਿਜਲੀ ਬੋਰਡ ਦੇ ਇੱਕ ਵੱਡੇ ਬੁਲਾਰੇ ਨੇ ਦੱਸਿਆ ਕਿ 60% ਅਸੀਂ ਸ਼ਾਮ 7 ਵਜੇ ਤੱਕ ਨਿਬੇੜਤੀਆਂ, ਠੀਕ ਕਰ ਲਈਆਂ। ਅੱਧੀ ਰਾਤ ਤੱਕ ਬਾਕੀ 40% ਵੀ ਹੱਲ ਕਰ ਲਏ ਗਏ। ਆਤਮ ਨਗਰ ਤੇ ਜਨਤਾ ਨਗਰ 3 ਟਰਾਂਸਫਾਰਮਰ ਨੁਕਸਾਨੇ ਗਏ, ਉਹ ਵੀ ਠੀਕ ਕਰ ਲਏ। 250 ਇਲਾਕਿਆਂ ਦੇ ਵਿੱਚ ਕਹਿੰਦੇ ਅਣਐਲਾਨੇ ਕੱਟ ਲੱਗੇ ਨੇ। ਅਜੇ ਤਾਂ ਸ਼ੁਰੂਆਤ ਹੋਈ ਹੈ।
ਇਹ ਮੌਜੂਦਾ ਸਰਕਾਰ ਦੇ ਬਚਤ ਇੰਨੀ ਕੁ ਰਹਿ ਜਾਵੇਗੀ ਕਿ ਵੋਟਾਂ 23 ਨੂੰ ਪੈਣੀਆਂ ਨੇ ਤੇ ਮੀਂਹ ਪੈ ਗਿਆ। ਇੰਦਰ ਦੇਵਤਾ ਖੁਸ਼ ਹੋ ਗਿਆ ਜਿਹਨੇ ਭਗਵੰਤ ਸਿੰਘ ਮਾਨ ਦੀ ਲਾਜ ਬਚਾ ਲਈ। ਜੇ ਇਹੀ ਚੋਣਾਂ 15-20 ਦਿਨ ਲੇਟ ਹੋ ਗਈਆਂ ਹੁੰਦੀਆਂ ਤਾਂ ਬਿਜਲੀ ਦੇ ਪੱਖ ਤੋਂ ਇਹਨਾਂ ਦਾ ਜਲੂਸ ਕੱਢ ਦੇਣਾ ਸੀ। ਬਿਜਲੀ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਸਾਰਿਆਂ ਨੇ। ਇੱਕ ਕਹਿੰਦੇ ਨੇ ਅਸੀਂ ਇੱਥੇ 3 ਤਾਪ ਬਿਜਲੀ ਘਰ ਲਾਤੇ, ਆ ਤੁਹਾਡਾ ਬੰਨਿਆ ਹੋਇਆ ਤਲਵੰਡੀ ਸਾਬੋ ਦਾ ਤਾਪ ਬਿਜਲੀ ਘਰ ਦੇ ਜਦੋਂ ਲੋੜ ਹੈ ਉਦੋਂ ਉਹਦੇ 3 ਯੂਨਿਟ ਕੰਮ ਹੀ ਨਹੀਂ ਕਰਦੇ ਤੇ ਸਮਝੌਤੇ ਕਰ ਲਏ ਤੁਸੀਂ ਸਿਖਰ ਲੋਡ ਦੇ, ਜਿਵੇਂ ਅੱਜ ਕੱਲ੍ਹ ਹੈ। ਆ ਸਤੰਬਰ ਦਾ ਮਹੀਨਾ ਟੱਪ ਜਾਵੇ, ਅਕਤੂਬਰ ਤੋਂ ਲੈ ਕੇ ਮਾਰਚ ਤੱਕ ਪੰਜਾਬ ਦਾ ਬਿਜਲੀ ਲੋਡ 5000 ਤੇ 6000 ਮੈਗਾਵਾਟ ਦੇ ਵਿੱਚ ਵਿਚਾਲੇ ਜੇ ਰਹਿੰਦਾ ਹੈ। ਗੂੜੀ ਸਰਦੀ ਦੇ ਵਿੱਚ 5 ਤੋਂ ਵੀ ਘਟ ਜਾਂਦਾ ਹੈ। ਸੋ ਮੈਂ ਬੇਨਤੀ ਕਰਾਂ ਕਿ ਪੰਜਾਬ ਨੂੰ ਦੋਹਾਂ ਹੱਥਾਂ ਦੇ ਵਿੱਚ ਲੁੱਟਿਆ ਗਿਆ ਹੈ, ਬਿਜਲੀ ਦੇ ਮਾਮਲੇ ਵਿੱਚ ਵੀ ਤੇ ਦੂਜਾ ਵੀ। ਇੱਥੇ 1000 ਮੈਗਾਵਾਟ ਦਾ ਪਾਤੜਾਂ ਦੇ ਕੋਲ ਡਰੋਲੀ ਪਿੰਡ ਦੇ ਵਿੱਚ ਪਰਮਾਣੂ ਬਿਜਲੀ ਘਰ ਲੱਗਦਾ ਸੀ। ਅੱਜ ਇਹਨੇ 2 ਵਾਰ ਰਾਜ ਕੀਤਾ। ਇੱਕ ਵਿਸ਼ੇਸ਼ ਜਥੇਬੰਦੀ ਦੇ 5-7 ਬੰਦਿਆਂ ਨੇ ਐਸਾ ਦਿਮਾਗ ਖਰਾਬ ਕੀਤਾ ਕਿ ਇਹ ਵਿਰੋਧਤਾ ਕਰਨ ਲੱਗ ਪਏ। ਉਹੀ ਤਾਪ ਬਿਜਲੀ ਘਰ ਹੁਣ ਫਤਿਆਬਾਦ ਦੇ ਵਿੱਚ ਲੱਗ ਰਿਹਾ ਹੈ। ਉੱਥੋਂ 30 ਕਿਲੋਮੀਟਰ ਤੇ ਇਹਨਾਂ ਨੇ ਆਪਦੀ ਸਰਕਾਰ ਦੇ ਵਿੱਚ ਪਾਤੜਾਂ ਦੇ ਉਤਲੇ ਪਾਸੇ ਹਰਿਆਣੇ ਦੇ ਬਾਰਡਰ ਤੇ ਇੱਕ ਬਹੁਤ ਵੱਡੀ ਦੀਵਾਰ ਬਣਾਤੀ, ਜਿਹਦੇ ਰਾਹੀਂ ਹੁਣ ਜੇ ਕੱਲ੍ਹ ਨੂੰ ਕੋਈ ਕਿਰਨ ਨਿਕਲ ਆਵੇ ਉਹ ਪੰਜਾਬ ਤੇ ਮਾਰ ਨਹੀਂ ਕਰੇਗੀ। ਇਹ ਕੰਮ ਇਹਨਾਂ ਨੇ ਕਰਤਾ ਹੈ। ਸਮਝ ਤੋਂ ਬਾਹਰ ਦੀ ਗੱਲ ਹੈ ਕਿ ਉਹ ਤਾਂ ਪਰਮਾਣੂ ਬਿਜਲੀ ਘਰ 30 ਕਿਲੋਮੀਟਰ ਤੇ ਲੱਗਣ ਲੱਗਿਆ ਹੈ। ਕਹਿੰਦੇ ਆ ਕਿ 1 ਡੱਬਾ ਯੂਰੇਨੀਅਮ ਕਿੰਨਾ ਚਿਰ ਬਿਜਲੀ ਪੈਦਾ ਕਰ ਸਕਦਾ ਹੈ, ਪਰ ਇਹਨਾਂ ਲੋਕਾਂ ਨੇ ਤਰਜੀਹ ਦਿੱਤੀ ਕੋਲਾ ਆਧਾਰਿਤ ਤਾਪ ਬਿਜਲੀ ਘਰ ਨੂੰ, ਜਿੱਥੇ ਕੋਲੇ ਦੀ ਦਲਾਲੀ ਵਿੱਚ ਮੂੰਹ ਕਾਲਾ, ਉੱਥੇ ਕੋਈ ਦੁੱਕੀ ਪੰਜੀ ਹੁੰਦੀ ਹੋਵੇਗੀ, ਜਿਸ ਕਰਕੇ ਇਹਨਾਂ ਨੇ ਕੋਲੇ ਨੂੰ ਤਰਜੀਹ ਦਿੱਤੀ। ਤੇ ਜੇ ਉਹ 1000 ਮੈਗਾਵਾਟ ਦਾ ਸਾਡੇ ਲੱਗ ਜਾਂਦਾ, ਇੰਜੀਨੀਅਰ GS ਸੋਲ ਹੁੰਦੇ ਸੀ ਚੇਅਰਮੈਨ ਅਕਾਲੀ ਭਾਜਪਾ ਸਰਕਾਰ ਵੇਲੇ 2002 ਤੱਕ, ਉਹ ਕਾਫੀ ਚਾਹੁੰਦੇ ਸੀ ਕਿ ਇਸ ਤਾਪ ਬਿਜਲੀ ਘਰ ਨੂੰ ਸਥਾਪਿਤ ਕੀਤਾ ਜਾਵੇ। ਜੇ 1000 ਮੈਗਾਵਾਟ ਦਾ ਇਹ ਲੱਗ ਜਾਂਦਾ ਤੇ ਜਿਹੜੇ 3 ਗੱਡੇ ਨੇ ਇਹਨਾਂ ਦੀ ਜ਼ਰੂਰਤ ਨਾ ਪੈਂਦੀ। ਬਿਜਲੀ ਨਿਗਮ ਇੰਜੀਨੀਅਰ ਐਸੋਸੀਏਸ਼ਨ, ਉਹਨਾਂ ਦੇ ਪ੍ਰਧਾਨ ਧਮਾਨ ਸਾਹਿਬ ਤੇ ਹੋਰਾਂ ਨੇ ਉਸ ਵੇਲੇ ਵੀ ਜਾ ਕੇ ਸਰਕਾਰਾਂ ਨੂੰ ਆਖਿਆ ਕਿ ਸਰਕਾਰ ਜੀ, ਇੱਕ ਤਾਪ ਬਿਜਲੀ ਘਰ ਭਾਵੇਂ ਨਿੱਜੀ ਖੇਤਰ ਚ ਲਾ ਲਓ, ਪਰ ਇੱਕ ਸਰਕਾਰੀ ਤੌਰ ਤੇ ਲਾ ਲਓ। ਜੇ ਨੀਅਤ ਸਾਫ਼ ਹੋਵੇ, ਅਕਾਲੀ ਭਾਜਪਾ ਸਰਕਾਰ ਬਠਿੰਡੇ ਦੇ ਤਾਪ ਬਿਜਲੀ ਘਰ ਤੇ 750 ਕਰੋੜ ਦੇ ਕਰੀਬ ਖਰਚ ਕੇ ਉਹਨੂੰ 2030 ਤੱਕ ਬਣਾ ਗਈ। ਤੇ ਜਿਹੜਾ ਸਕਾ ਭਤੀਜਾ ਇਹ ਕਹਿੰਦਾ ਸੀ ਕਿ ਇਹਦੀ ਚਿਮਨੀ ਦੇ ਵਿੱਚੋਂ ਧੂਆਂ ਨਹੀਂ ਬੰਦ ਹੋਵੇਗਾ, ਉਹਦੀ ਸਰਪ੍ਰਸਤੀ ਦੇ ਹੇਠ 2019 ਜਦੋਂ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਮਨਾਇਆ, ਉਹਦਾ ਭੋਗ ਪਾਤਾ। ਉਹਨਾਂ ਦੇ 500 ਸਾਲਾ 1969 ਦੇ ਵਿੱਚ ਨੀਂਹ ਪੱਥਰ ਰੱਖਿਆ ਸੀ। ਤੇ ਕੋਈ ਪੰਜਾਬ ਦਾ ਇਹੋ ਜਿਹਾ ਵੀ ਨਹੀਂ ਉੱਠਦਾ ਜਿਹੜਾ ਜਾ ਕੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਵੇ ਕਿ ਇਹਨਾਂ ਦੋਨਾਂ ਚੋਂ ਕੌਣ ਗਲਤ ਸੀ, ਅਕਾਲੀ ਭਾਜਪਾ ਵਾਲੇ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ। ਇਹ ਗੱਲ ਕਿਸੇ ਨੇ ਨਹੀਂ ਪਾਈ ਤੇ ਪੰਜਾਬ ਦਾ 750 ਕਰੋੜ ਰੁਪਈਆ ਤੇ ਹੁਣ ਉਹਨੂੰ ਢਾਹ ਰਹੇ ਨੇ ਜੀ।
ਜੀ। ਇਸ ਤੋਂ ਇਲਾਵਾ ਇੱਕ ਗੱਲ ਕੀਤੀ ਜਾਵੇ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਦੀ, ਤਾਂ ਉਹਨਾਂ ਨੂੰ ਜਿਹੜੀ ਕੋਰਟ ਨੇ ਜ਼ਮਾਨਤ ਨਹੀਂ ਦਿੱਤੀ। ਜਿਸ ਬੰਦੇ ਨੂੰ ਪਤਾ ਨਹੀਂ ਪਦਮ ਭੂਸ਼ਣ ਕੇ ਪਦਮ ਸ਼੍ਰੀ ਕੀ ਦਿਵਾਉਣ ਵਾਸਤੇ ਅਰਵਿੰਦ ਕੇਜਰੀਵਾਲ ਸਾਹਿਬ ਮਾਮਲਾ ਉਠਾਉਂਦੇ ਸੀ, ਉੱਥੋਂ ਦਾ ਉਹ ਜੇਲ੍ਹ ਮੰਤਰੀ ਵੀ ਸੀ, ਸਿਹਤ ਮੰਤਰੀ ਵੀ ਸੀ। ਭਾਰਤ ਦੇ ਵਿੱਚ ਦੋ ਸਰਕਾਰਾਂ ਨੇ ਆਮ ਆਦਮੀ ਪਾਰਟੀ ਦੀਆਂ, ਇੱਕ ਸਿਹਤ ਪੰਜਾਬ ਤੇ ਦੂਜੀ ਦਿੱਲੀ, ਤੇ ਸਿਹਤ ਮੰਤਰੀ ਦੋਨੇ ਜੇਲ੍ਹ 'ਚ ਚਲੇ ਗਏ। ਮਨੀ ਲਾਂਡਰਿੰਗ ਦਾ ਮਾਮਲਾ ਹੈ, ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ, ਤੇ ਜਾਂਚ ਏਜੰਸੀ ਈਡੀ ਕੋਲ ਪਤਾ ਕੀ ਕਹਿੰਦੇ ਨੇ, ਮੈਨੂੰ ਕਰੋਨਾ ਹੋ ਗਿਆ ਸੀ ਜਿਹਦੇ ਕਰਕੇ ਮੇਰੀ ਯਾਦਾਸ਼ਤ ਖਤਮ ਹੋ ਗਈ। ਆ ਪੰਜਾਬ ਦੇ ਵਿੱਚ ਸਰਕਾਰ ਬਣ ਗਈ ਹੈ ਤੁਹਾਡੀ ਭਗਵੰਤ ਸਿੰਘ ਮਾਨ ਦੀ, ਇਹ ਬਾਦਲ ਸਾਹਿਬ ਦੀ ਸਰਕਾਰ, ਕੈਪਟਨ ਸਾਹਿਬ ਦੀ ਸਰਕਾਰ ਤੇ ਚੰਨੀ ਸਾਹਿਬ ਦੀ ਸਰਕਾਰ ਵੇਲੇ ਸਤਿੰਦਰ ਜੈਨ ਨੂੰ ਪੁਲਿਸ ਕੋਲੇ 5 ਮਿੰਟ ਭੇਜ ਦਿੰਦੇ, ਉਹਦੀ ਯਾਦਾਸ਼ਤ ਵੀ ਵਾਪਸ ਲਿਆ ਦਿੰਦੇ, ਤੇ ਕੱਲੀ ਕੱਲੀ ਚੀਜ਼ ਲੋਕ ਕਚਹਿਰੀ ਦੇ ਵਿੱਚ ਕਲੀਅਰ ਕਰ ਦਿੰਦੇ। ਜੀ ਧੰਨਵਾਦ ਜੀ। ਇਹ ਸਨ D5 ਦਾ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ, ਜਿਨ੍ਹਾਂ ਨੇ ਵੱਖੋ ਵੱਖਰੇ ਮੁੱਦਿਆਂ ਤੇ ਚਰਚਾ ਕੀਤੀ। ਹੁਣ ਦੇਖਣਾ ਇਹ ਹੋਊਗਾ ਕਿ ਸਿੱਧੂ ਮੂਸੇਵਾਲੇ ਦੇ ਕਾਂਡ ਦੇ ਵਿੱਚ ਪੁਲਿਸ ਹੋਰ ਕਿੰਨਾ ਸਮਾਂ ਲਗਾਵੇਗੀ। ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਨ ਦੇ ਲਈ ਲਗਾਤਾਰ ਜਿਹੜੀ ਪੁੱਛਗਿੱਛ ਆ ਉਹ ਗੈਂਗਸਟਰਾਂ ਤੋਂ ਜਾਰੀ ਹੈ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਧੰਨਵਾਦ।